एक गुरसिख दी सोभा अपने गुरु नाल होंदी है। ओ गुरु जो समर्थ गुरु है, ओ गुरु जो अंतरजामी गुरु है। समर्थ गुरु, अंतरजामी गुरु सदा ही गुरसिखां ते रहमतां बरसाउंदा है। एक सच्चा सुच्चा गुरसिख होवे, गुरु प्यारिओ ऐसे गुरसिख नूं गुरु दे पासों कदे भी कुछ भी मंगण दी लोड़ नहीं पैंदी, क्योंकि समर्थ गुरु अंतरजामी गुरु गुरसिख दी झोली बिना मंगे ही रहमतां दे सदके गुरसिख दी झोली भर दिंदा है। किवें? आओ गुरु इतिहास विच झात मारीए। गुरु नानक दी सतवीं जोत, सतवां जामा गुरु हर राय सा, रहमतां दे दाते, मेहरां दे दाते, जदों करतारपुर साहिब विखे दीवान सजाउंदे, बड़ी दूरों दूरों संगतां आके आप जी दे दर्शन करके निहाल होंदियां अते अपना जन्म मरण सवारदियां। एक बार मालवी दियां संगतां आईयां, दर्शन कीते। सारियां संगतां ने बड़े प्रेम सहित बेनती कीती, हे गुरुदेव पिता, साडे मालवे दे इलाके विच भी चरण पाओ, उत्थे दियां संगतां नूं तारो ताकि उत्थे भी गुरसिੱਖੀ दा, गुरबाणी दा ਵੱਧ ਤੋਂ ਵੱਧ ਪ੍ਰਚਾਰ ਹੋ ਸਕੇ। ਮਾਲਵੇ ਦੀ ਸੰਗਤਾਂ ਦੀ ਬੇਨਤੀ ਸਤਿਗੁਰਾਂ ਨੇ ਪ੍ਰਵਾਨ ਕੀਤੀ। ਆਖਰ ਉਹ ਦਿਨ ਵੀ ਆਇਆ ਜਦੋਂ ਸਤਿਗੁਰਾਂ ਨੇ ਮਾਲਵੇ ਦੀ ਧਰਤੀ ਤੇ ਚਰਨ ਪਾਏ। ਮਾਲਵਾ, ਦੁਆਬਾ ਨਾਲ ਦੇ ਲੱਗਦੇ ਹੋਏ ਛੋਟੇ ਵੱਡੇ ਸਾਰੇ ਪਿੰਡਾਂ ਵਿੱਚ ਸਤਿਗੁਰਾਂ ਦੀ ਰਹਿਮਤਾਂ ਸਦਕੇ ਦੀਵਾਨ ਸਜਣ ਲੱਗ ਪਏ। ਗੁਰਬਾਣੀ ਦਾ ਪ੍ਰਚਾਰ, ਕਥਾ ਕੀਰਤਨ, ਸੰਗਤਾਂ ਦੂਰੋਂ ਦੂਰੋਂ ਆ ਕੇ ਗੁਰੂ ਨਾਨਕ ਦੀ ਸਤਵੀਂ ਜੋਤ ਗੁਰੂ ਹਰ ਰਾਏ ਸਾਹਿਬ ਜੀ ਦੇ ਦਰਸ਼ਨ ਕਰਕੇ ਨਿਹਾਲ ਹੁੰਦੀਆਂ। ਦੁਆਬੇ ਵਿੱਚ ਹੀ ਇੱਕ ਬਹੁਤ ਵੱਡਾ ਕਸਬਾ ਸੀ ਨੂਰ ਮਹਿਲ, ਉੱਥੇ ਵੀ ਸਤਿਗੁਰਾਂ ਨੇ ਦੀਵਾਨ ਲਾਏ। ਸੰਗਤਾਂ ਦਾ ਹੜ ਆ ਗਿਆ, ਬੜੀ ਦੂਰੋਂ ਦੂਰੋਂ ਸੰਗਤਾਂ ਆਉਂਦੀਆਂ ਸਨ। ਇਸੇ ਨੂਰ ਮਹਿਲ ਵਿਖੇ, ਇਸੇ ਕਸਬੇ ਦੇ ਵਿੱਚ ਇੱਕ ਚੌਧਰੀ ਸੂਦ ਰਹਿੰਦਾ ਸੀ, ਬਹੁਤ ਵੱਡਾ ਜ਼ਿਮੀਂਦਾਰ, ਧਨ ਦੌਲਤ ਵਧੇਰੀ, ਹਰ ਪ੍ਰਕਾਰ ਦੇ ਸੁੱਖ ਸਨ। ਬਸ ਇੱਕ ਗੱਲ ਨੂੰ ਛੱਡ ਕੇ ਇਸ ਦੇ ਕੋਈ ਔਲਾਦ ਨਹੀਂ ਸੀ, ਤੇ ਇਸ ਨੇ ਕੋਈ ਵੀ ਦਰ ਨਹੀਂ ਛੱਡਿਆ। ਆਪਣੀ ਧਰਮ ਸੁਪਤਨੀ ਨੂੰ ਲੈ ਕੇ ਮੰਦਰ ਮੰਦਰ, ਦੁਆਰੇ ਦੁਆਰੇ, ਡੇਰਿਆਂ ਤੇ, ਸਮਾਧਾਂ ਤੇ, ਹਰ ਜਗ੍ਹਾ ਗਿਆ ਪੁੱਤ ਦੀ ਦਾਤ ਪ੍ਰਾਪਤ ਕਰਨ ਲਈ, ਪਰ ਇਸ ਨੂੰ ਔਲਾਦ ਨਹੀਂ ਹੋਈ। ਇੱਕ ਦਿਨ ਧੁੱਪੇ ਬੈਠੀ ਇਸ ਦੀ ਧਰਮ ਸੁਪਤਨੀ ਆਪਣੇ ਚੁਬਾਰੇ ਤੇ ਰੋ ਰਹੀ ਸੀ। ਨਾਲ ਦਾ ਪੜੋਸੀ ਗੁਰਸਿੱਖ ਪਰਿਵਾਰ, ਇਸ ਬਜ਼ੁਰਗ ਨੇ ਵੇਖਿਆ ਚੌਧਰੀ ਸੂਦ ਦੀ ਧਰਮ ਸੁਪਤਨੀ ਰੋ ਰਹੀ। ਬਜ਼ੁਰਗ ਬਾਬੇ ਨੇ ਆਵਾਜ਼ ਦਿੱਤੀ, ਨੀ ਧੀਏ ਕਿਉਂ ਰੋਂਦੀ ਏ? ਰੋਂਦੀ ਹੋਈ ਨੇ ਆਪਣਾ ਹਾਲ ਦੱਸਿਆ, ਕੋਈ ਦਰ ਨਹੀਂ ਛੱਡਿਆ, ਪਰ ਮੈਨੂੰ ਕੋਈ ਔਲਾਦ ਨਹੀਂ ਹੁੰਦੀ ਕਿ ਅਸੀਂ ਦੋਵੇਂ ਬਿਨਾਂ ਔਲਾਦ ਤੋਂ ਮਰ ਜਾਵਾਂਗੇ। ਕੋਈ ਦਰ ਐਸਾ ਨਹੀਂ ਜਿੱਥੋਂ ਸਾਨੂੰ ਪੁੱਤਰ ਦੀ ਪ੍ਰਾਪਤੀ ਹੋਵੇ। ਨਾਲ ਨਾਲ ਕਹਿ ਰਹੀ ਹੈ, ਨਾਲ ਨਾਲ ਰੋ ਰਹੀ ਹੈ। ਉਸ ਗੁਰਸਿੱਖ ਬਜ਼ੁਰਗ ਬਾਬੇ ਨੇ ਆਖਿਆ, ਨੀ ਧੀਏ
ਨਿਰਾਸ਼ ਨਾ ਹੋ, ਉਦਾਸ ਨਾ ਹੋ। ਹਜੇ ਵੀ ਇੱਕ ਐਸਾ ਦਰ ਹੈ ਜਿਸ ਦਰ ਤੇ ਝੋਲੀਆਂ ਭਰੀਆਂ ਜਾਂਦੀਆਂ ਨੇ। ਉਹ ਦਰ ਹੈ ਮੇਰੇ ਬਾਬੇ ਨਾਨਕ ਦਾ। ਗੁਰੂ ਨਾਨਕ ਦੇ ਦਰ ਤੇ ਝੋਲੀਆਂ ਭਰੀਆਂ ਜਾਂਦੀਆਂ ਨੇ। ਨੀ ਧੀਏ, ਗੁਰੂ ਨਾਨਕ ਦੇ ਦਰ ਤੋਂ ਕਦੀ ਵੀ ਝੋਲੀ ਖਾਲੀ ਨਹੀਂ ਜਾਂਦੀ। ਉਸੇ ਗੁਰੂ ਨਾਨਕ ਦੀ ਰਹਿਮਤਾਂ ਸਦਕੇ ਉਹਨਾਂ ਦੀ 7ਵੀਂ ਜੋਤ ਗੁਰੂ ਹਰਿਰਾਏ ਸਾਹਿਬ ਸਾਡੇ ਇਸੇ ਕਸਬੇ ਨੂਰ ਮਹਿਲ ਵਿਖੇ ਚਰਨ ਪਾਏ ਨੇ। ਤੇ ਦੂਰੋਂ ਦੂਰੋਂ ਸੰਗਤਾਂ ਆ ਕੇ ਝੋਲੀਆਂ ਭਰ ਰਹੀਆਂ ਨੇ। ਨੀ ਧੀਏ, ਜਾ ਤੂੰ ਵੀ ਗੁਰੂ ਨਾਨਕ ਦੇ ਦਰਬਾਰ ਜਾ ਕੇ ਝੋਲੀ ਭਰ ਲੈ। ਰੋਂਦੀ ਹੋਈ ਨੇ ਗੁਰੂ ਨਾਨਕ ਦੇ ਦਰ ਦੀ ਗੱਲ ਸੁਣੀ, ਇੱਕ ਆਸ ਬੰਨੀ, ਆਪਣੇ ਆਪ ਨੂੰ ਚੁੱਪ ਕਰਾਇਆ ਤੇ ਅੰਦਰ ਜਾ ਕੇ ਘਰ ਵਾਲੇ ਨੂੰ ਆਵਾਜ਼ ਦਿੱਤੀ। ਦੋਹੇ ਜੀ ਛੇਤੀ ਨਾਲ ਤਿਆਰ ਹੋਏ, ਜਾ ਪੁੱਜੇ ਗੁਰੂ ਹਰਿਰਾਏ ਸਾਹਿਬ ਜੀ ਦੇ ਦਰਬਾਰ, ਜਿੱਥੇ ਸੰਗਤਾਂ ਦੇ ਹੜ ਆਏ ਨੇ, ਜਿੱਥੇ ਦਰਸ਼ਨ ਕਰਨ ਨਾਲ ਜਨਮ ਤੇ ਮਰਨ ਸਵਰਦਾ ਹੈ। ਵਾਰੀ ਆਈ ਚੌਧਰੀ ਸੂਦ ਦੀ ਤੇ ਗੁਰੂ ਸਾਹਿਬਾਂ ਦੇ ਚਰਨਾਂ ਵਿੱਚ, ਗੁਰੂ ਹਰਿਰਾਏ ਸਾਹਿਬ ਜੀ ਦੇ ਚਰਨਾਂ ਵਿੱਚ ਪ੍ਰੇਮ ਭੇਟਾ ਰੱਖੀ, ਮੱਥਾ ਟੇਕਿਆ, ਬੜੀ ਸ਼ਰਧਾ ਭਾਵਨਾ ਔਰ ਭਰੋਸੇ ਵਿੱਚ ਹੱਥ ਜੋੜ ਕੇ ਬੇਨਤੀ ਕੀਤੀ। ਚੌਧਰੀ ਸੂਦ ਨੇ, ਹੇ ਗੁਰਦੇਵ, ਹੇ ਮਹਾਰਾਜ, ਸੁਣਿਆ ਗੁਰੂ ਨਾਨਕ ਦੇ ਦਰ ਤੋਂ ਕੋਈ ਖਾਲੀ ਨਹੀਂ ਜਾਂਦਾ। ਇਸ ਦਰ ਤੇ ਝੋਲੀਆਂ ਭਰੀਆਂ ਜਾਂਦੀਆਂ ਨੇ। ਗੁਰੂ ਸਾਹਿਬਾਂ ਨੇ ਬਚਨ ਕੀਤੇ, ਚੌਧਰੀਆ, ਇਹ ਸੱਚ ਹੈ, ਗੁਰੂ ਨਾਨਕ ਦੇ ਘਰ ਵਿੱਚ ਸਭ ਕੁਝ ਹੈ, ਹਰ ਪ੍ਰਕਾਰ ਦੀ ਦਾਤ ਹੈ, ਔਰ ਗੁਰੂ ਨਾਨਕ ਦੇ ਦਰ ਤੋਂ ਕੋਈ ਖਾਲੀ ਵੀ ਨਹੀਂ ਜਾਂਦਾ। ਪਰ ਚੌਧਰੀਆ, ਇਹ ਗੱਲ ਵੀ ਸੱਚ ਹੈ, ਜੇ ਕੋਈ ਗੁਰੂ ਨਾਨਕ ਦਾ ਸੱਚਾ ਸੁੱਚਾ ਸਿੱਖ ਬਣ ਜਾਏ, ਉਸ ਸਿੱਖ ਨੂੰ ਕਦੇ ਵੀ ਮੰਗਣ ਦੀ ਲੋੜ ਨਹੀਂ ਪੈਂਦੀ, ਕਿਉਂਕਿ ਉਸ ਦੇ ਮੰਗਣ ਤੋਂ ਪਹਿਲੇ ਹੀ ਅੰਤਰਜਾਮੀ ਗੁਰੂ, ਸਮਰੱਥ ਗੁਰੂ ਮੇਰੇ ਗੁਰੂ ਨਾਨਕ ਉਸ ਗੁਰਸਿੱਖ ਦੀ ਝੋਲੀ ਭਰ ਦਿੰਦੇ ਨੇ। ਚੌਧਰੀ ਸੂਦ ਨੇ ਸੁਣਿਆ, ਜੇ ਕੋਈ ਸਿੱਖ ਹੋ ਜਾਏ ਉਸ ਦੀ ਝੋਲੀ ਭਰ ਜਾਂਦੀ। ਗੁਰੂ ਸਾਹਿਬ ਕਹਿਣ ਲੱਗੇ, ਹਾਂ ਚੌਧਰੀਆ, ਗੁਰੂ ਨਾਨਕ ਦੇ ਘਰ ਦੀ ਇਹ ਸਭ ਨਾਲੋਂ ਵੱਡੀ ਵਡਿਆਈ ਹੈ। ਚੌਧਰੀ ਸੂਦ ਨੇ ਗੁਰੂ ਸਾਹਿਬਾਂ ਦੇ ਚਰਨ ਫੜ ਲਏ, ਚਰਨ ਘੁੱਟ ਲਏ। ਮਹਾਰਾਜ, ਮੈਨੂੰ ਸੋਝੀ ਨਹੀਂ ਕਿ ਸਿੱਖ ਕਿਵੇਂ ਬਣਨਾ, ਪਰ ਮੈਨੂੰ ਆਪਣਾ ਬਣਾ ਲਓ। ਮੇਰੇ ਔਗਣਾ ਵਾਲ ਝਾਤ ਨਾ ਮਾਰਨਾ। ਭਾਵੇਂ ਅਸੀਂ ਦੋਹੇ ਜੀ ਪਤੀ ਪਤਨੀ ਕਿਤਨੇ ਵੀ ਪਾਪੀ ਹੋਈਏ, ਸਾਡੇ ਔਗਣਾ ਵਿੱਚ ਝਾਤ ਨਾ ਮਾਰਨਾ। ਸਾਨੂੰ ਆਪਣਾ ਬਣਾ ਲਓ। ਅੱਜ ਹੀ ਇਸੀ ਸਮੇਂ, ਇਸੀ ਘੜੀਆਂ ਸਾਨੂੰ ਆਪਣਾ ਸਿੱਖ ਬਣਾ ਲਓ ਦਾਤਿਆ, ਸਿੱਖ ਬਣਾ ਲਓ। ਚੌਧਰੀ ਸੂਦ ਦਾ ਐਡਾ ਪਿਆਰ ਵੇਖ ਕੇ, ਨਿਮਰਤਾ ਵੇਖ ਕੇ ਗੁਰੂ ਹਰਿਰਾਏ ਸਾਹਿਬ ਨੇ ਥਾਪੜਾ ਬਖਸ਼ਿਆ ਔਰ ਕਹਿਣ ਲੱਗੇ, ਚੌਧਰੀ ਸੂਦ, ਇਸੀ ਘੜੀਆਂ ਤੋਂ ਜਾ ਲੰਗਰ ਲਾ ਦੇ, ਦਿਨ ਤੇ ਰਾਤ ਸਾਰੀ ਸੰਗਤ ਦੀ ਸੇਵਾ ਕਰੀ, ਨਾ ਦਿਨ ਵੇਖੀ ਨਾ ਰਾਤ ਵੇਖੀ। ਜਾ ਲੰਗਰ ਲਾ ਦੇ, ਗੁਰੂ ਨਾਨਕ ਆਪੇ ਭਲੀ ਕਰੇਗਾ। ਗੁਰੂ ਪਿਆਰਿਓ, ਗੁਰੂ ਸਵਾਰਿਓ, ਗੁਰੂ ਰਹਿਮਤਾਂ ਸਦਕੇ ਚੌਧਰੀ ਸੂਦ ਔਰ ਉਸ ਦੀ ਧਰਮ ਸੁਪਤਨੀ ਨਾ ਦਿਨ ਵੇਖਿਆ ਨਾ ਰਾਤ ਵੇਖਿਆ, ਧਨ ਬਹੁਤ ਸੀ, ਖੁੱਲੇ ਲੰਗਰ ਲਾ ਛੱਡੇ,
ਜਦੋਂ ਤੱਕ ਨੂਰ ਮਹਿਲ ਵਿੱਚ ਗੁਰੂ ਸਾਹਿਬ ਰਹੇ, ਸੰਗਤਾਂ ਆਉਂਦੀਆਂ ਰਹੀਆਂ। ਸਾਰੇ ਲੰਗਰ ਦੀ ਸੇਵਾ ਚੌਧਰੀ ਸੂਦ ਕਰਦਾ ਸੀ। ਜਦੋਂ ਗੁਰੂ ਸਾਹਿਬ ਵਾਪਸ ਚਲੇ ਗਏ, ਸੰਗਤਾਂ ਚਲੀਆਂ ਗਈਆਂ, ਚੌਧਰੀ ਸੂਦ ਨੇ ਲੰਗਰ ਬੰਦ ਨਹੀਂ ਕੀਤੇ। ਜਿੱਥੇ ਜਿੱਥੇ ਵੀ ਗਰੀਬ ਕੋਈ ਹੁੰਦਾ ਸੀ, ਉੱਥੇ ਜਾ ਕੇ ਲੰਗਰ ਲਾ ਛੱਡਣੇ ਔਰ ਬਾਣੀ ਪੜ੍ਹਨੀ। ਅੰਮ੍ਰਿਤ ਵੇਲੇ ਉੱਠਣਾ, ਸਿਮਰਨ ਕਰਨਾ, ਬਾਣੀ ਪੜ੍ਹਨੀ, ਆਏ ਗਏ ਦੀ ਸੇਵਾ ਕਰਨੀ ਤੇ ਹਰ ਸਮੇਂ ਲੰਗਰ ਤਿਆਰ ਕਰਕੇ ਲੰਗਰ ਵੰਡਣੇ। ਸਤਿਗੁਰਾਂ ਦੀ ਰਹਿਮਤਾਂ ਦੇ ਸਦਕੇ ਦੋਹੇ ਜੀ ਇਤਨੇ ਆਨੰਦ ਵਿੱਚ ਰਹਿਣ ਲੱਗ ਪਏ ਕਿ ਇਸ ਗੱਲ ਨੂੰ ਭੁੱਲ ਹੀ ਗਏ ਕਿ ਅਸੀਂ ਗੁਰੂ ਨਾਨਕ ਦੇ ਦਰ ਤੇ ਪੁੱਤਰ ਦੀ ਦਾਤ ਮੰਗਣ ਆਏ ਸੀ। ਇਹ ਤਾਂ ਭੁੱਲ ਗਏ, ਪਰ ਗੁਰੂ ਨਾਨਕ ਨਹੀਂ ਭੁੱਲਿਆ। ਸਾਲ ਬੀਤਿਆ, ਗੁਰੂ ਨਾਨਕ ਦੀ ਰਹਿਮਤਾਂ ਸਦਕੇ, ਗੁਰੂ ਨਾਨਕ ਦੀ 7ਵੀਂ ਜੋਤ ਗੁਰੂ ਹਰਿਰਾਏ ਸਾਹਿਬ ਜੀ ਦੀ ਰਹਿਮਤਾਂ ਸਦਕੇ, ਸਾਲ ਬਾਅਦ ਚੌਧਰੀ ਸੂਦ ਦੇ ਘਰ ਇੱਕ ਪੁੱਤਰ ਦਾ ਜਨਮ ਹੋਇਆ। ਦੋਹਾਂ ਜੀਆਂ ਨੇ ਸ਼ੁਕਰਾਨਾ ਕੀਤਾ, ਬਾਰ-ਬਾਰ ਆਪਣੇ ਗੁਰੂ ਸਾਹਿਬਾਂ ਦਾ ਸ਼ੁਕਰਾਨਾ ਕੀਤਾ। ਔਰ ਕਿਵੇਂ ਕੀਤਾ? ਉਸੇ ਪੁੱਤਰ ਨੂੰ ਲੈ ਕੇ ਕਰਤਾਰਪੁਰ ਸਾਹਿਬ ਗੁਰੂ ਚਰਨਾਂ ਵਿੱਚ, ਗੁਰੂ ਹਰਿਰਾਏ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਆਪਣੇ ਪੁੱਤਰ ਨੂੰ ਲੈ ਕੇ ਗਏ, ਜਾ ਚਰਨਾਂ ਵਿੱਚ ਰੱਖਿਆ। ਸਤਿਗੁਰੂ ਜੀ, ਤੁਹਾਡੇ ਮਹਾਨ ਬਚਨ ਸਤ ਸਨ। ਜੇ ਕੋਈ ਸੱਚਾ ਸੁੱਚਾ ਸਿੱਖ ਬਣ ਜਾਏ, ਗੁਰੂ ਨਾਨਕ ਦੇ ਘਰ ਦਾ ਉਸ ਨੂੰ ਮੰਗਣ ਦੀ ਲੋੜ ਨਹੀਂ ਪੈਂਦੀ। ਗੁਰੂ ਨਾਨਕ ਆਪਣੇ ਆਪ ਝੋਲੀ ਭਰ ਦਿੰਦਾ ਹੈ। ਆਪ ਦੀ ਰਹਿਮਤਾਂ ਸਦਕੇ ਸਾਨੂੰ ਪੁੱਤਰ ਦੀ ਦਾਤ ਪ੍ਰਾਪਤ ਹੋਈ। ਸਤਿਗੁਰੂ ਜੀ ਰਹਿਮਤਾਂ ਕਰੋ। ਸੰਸਾਰ ਵਿੱਚ ਇਹ ਨਵਾਂ ਜੀ ਆਇਆ ਹੈ, ਇਸ ਨੂੰ ਅਸੀਸਾਂ ਦੇਵੋ। ਇਹ ਵੀ ਗੁਰੂ ਘਰ ਦਾ ਸੇਵਾਦਾਰ ਬਣੇ, ਇਹ ਵੀ ਸਿੱਖੀ ਨੂੰ ਪ੍ਰਾਪਤ ਹੋਵੇ। ਵੱਡਾ ਹੋ ਕੇ ਗੁਰੂ ਘਰ ਦੀ ਦਿਨ ਰਾਤ ਸੇਵਾ ਕਰੇ। ਗੁਰੂ ਹਰਿਰਾਏ ਸਾਹਿਬ ਜੀ ਚੌਧਰੀ ਸੂਦ ਦਾ ਇਹ ਪ੍ਰੇਮ ਵੇਖ ਕੇ ਉਸ ਬੱਚੇ ਨੂੰ ਤੇ ਨਾਲ ਦੋਹਾਂ ਜੀਆਂ ਨੂੰ ਖੁਸ਼ੀਆਂ ਬਖਸ਼ੀਆਂ, ਥਾਪੜੇ ਦਿੱਤੇ, ਰਹਿਮਤਾਂ ਵਰਸਾਈਆਂ। ਹਾਂ ਗੁਰ ਪਿਆਰਿਓ, ਗੁਰ ਸਵਾਰਿਓ, ਜਿਸ ਵੀ ਗੁਰਸਿੱਖ ਦੇ ਉੱਪਰ ਗੁਰੂ ਦੀਆਂ ਰਹਿਮਤਾਂ ਹੋਣ, ਉਸ ਦੀਆਂ ਝੋਲੀਆਂ ਬਰਕਤਾਂ ਦੇ ਨਾਲ ਭਰੀਆਂ ਰਹਿੰਦੀਆਂ ਨੇ। ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਬਾਣੀ ਦਾ ਫਰਮਾਨ ਹੈ, ਸਤਿਗੁਰ ਹੋਏ ਦਇਆਲ ਤਾਂ ਸਰਦਾ ਪੂਰੀ ਹੈ। ਸਤਿਗੁਰ ਹੋਏ ਦਇਆਲ ਨਾ ਕਬਹੂ ਚੂਰੀ ਹੈ। ਸਤਿਗੁਰ ਹੋਏ ਦਇਆਲ ਤਾਂ ਦੁੱਖ ਨਾ ਜਾਣੀ ਹੈ। ਸਤਿਗੁਰ ਹੋਏ ਦਇਆਲ ਤਾਂ ਹਰ ਰੰਗ ਬਾਣੀ ਹੈ। ਗੁਰੂ ਪਿਆਰਿਓ, ਗੁਰੂ ਸਵਾਰਿਓ, ਜੇ ਸਤਿਗੁਰੂ ਦਿਆਲ ਹੋਣ, ਸਿੱਖ ਦੀਆਂ ਝੋਲੀਆਂ ਭਰੀਆਂ ਰਹਿੰਦੀਆਂ ਨੇ। ਇਸ ਲਈ ਇੱਕ ਸੱਚਾ ਸੁੱਚਾ ਸਿੱਖ ਸਦਾ ਹੀ ਆਪਣੇ ਸਤਿਗੁਰਾਂ ਦੇ ਬਲਿਹਾਰ ਜਾਂਦਾ ਹੈ, ਕਿਉਂਕਿ ਸਿੱਖ ਜਾਣਦਾ ਹੈ ਮੇਰੇ ਜੀਵਨ ਦੇ ਵਿੱਚ ਜਿਤਨੇ ਵੀ ਸੁੱਖ ਜਾਂ ਆਨੰਦ ਪ੍ਰਾਪਤ ਹੋਏ ਨੇ, ਇਸ ਦੇ ਪਿੱਛੇ ਕੇਵਲ ਤੇ ਕੇਵਲ ਗੁਰੂ ਦੀਆਂ ਰਹਿਮਤਾਂ ਨੇ। ਇਸ ਲਈ ਗੁਰਸਿੱਖ ਬਲਿਹਾਰ ਜਾਂਦਾ ਹੈ। ਗੁਰਬਾਣੀ ਦਾ ਫਰਮਾਨ ਹੈ, ਆਪਣੇ ਸਤਿਗੁਰ ਕੈ ਬਲਿਹਾਰੈ, ਆਗੇ ਸੁਖ ਪਾਛੇ ਸੁਖ ਸਹਿਜਾ, ਘਰ ਆਨੰਦ ਹਮਾਰਾ। ਗੁਰੂ ਪਿਆਰਿਓ, ਗੁਰੂ ਸਵਾਰਿਓ, ਜੀਵਨ ਦੇ ਵਿੱਚ ਕੋਈ ਵੀ ਕਿਸੇ ਗੱਲ ਦੀ ਵੀ ਘਾਟ ਆ ਜਾਏ
ਤੇ ਇਧਰ ਉਧਰ ਝਾਤੀ ਨਾ ਮਾਰਨਾ। ਭਾਉ ਨਾ ਤੇ ਸਮਾਧਾਂ ਤੇ ਜਾ ਕੇ ਸਮਾਧਾਂ ਨੂੰ ਪੂਜਾ ਕਰਨੀ, ਤੇ ਨਾ ਕਿਸੇ ਡੇਰੇ ਦੀ ਭਟਕਣਾ ਦੇ ਵਿੱਚ ਭਟਕਣਾ। ਕਿਸੇ ਗੱਲ ਦੀ ਵੀ ਤੁਹਾਨੂੰ ਘਾਟ ਹੋਵੇ, ਕੇਵਲ ਗੁਰੂ ਨਾਨਕ ਦੇ ਚਰਨਾਂ ਦਾ ਭਰੋਸਾ ਰੱਖਣਾ ਔਰ ਗੁਰੂ ਹਰਿਰਾਏ ਸਾਹਿਬ ਜੀ ਦੇ ਮਹਾਨ ਬਚਨ ਯਾਦ ਰੱਖਣਾ। ਜੇ ਕੋਈ ਸੱਚਾ ਸੁੱਚਾ ਗੁਰਸਿੱਖ ਹੋ ਜਾਏ, ਉਸ ਨੂੰ ਕੁਛ ਵੀ ਮੰਗਣ ਦੀ ਲੋੜ ਨਹੀਂ। ਗੁਰੂ ਨਾਨਕ ਅੰਤਰਜਾਮੀ ਸਮਰੱਥ ਗੁਰੂ ਆਪਣੇ ਆਪ ਗੁਰਸਿੱਖ ਦੀਆਂ ਝੋਲੀਆਂ ਭਰ ਦਿੰਦਾ ਹੈ। ਹਾਂ ਗੁਰੂ ਪਿਆਰਿਓ, ਆਪਣੇ ਆਪ ਝੋਲੀਆਂ ਭਰ ਦਿੰਦਾ ਹੈ, ਕਿਉਂਕਿ ਗੁਰੂ ਦੇਵਾਂ ਦਾ ਦੇਵ ਹੈ, ਮਹਾਦੇਵਾਂ ਦਾ ਦੇਵ ਹੈ। ਇਸ ਲਈ ਉਹ ਦੇਵ ਨਹੀਂ, ਗੁਰਦੇਵ ਹੈ। ਗੁਰਬਾਣੀ ਦਾ ਫਰਮਾਨ ਹੈ, ਸਭ ਤੇ ਵੱਡ ਸਮਰੱਥ ਗੁਰਦੇਵ, ਸਭ ਸੁਖ ਪਾਈ ਤਿਸ ਕੀ ਸੇਵ। ਗੁਰੂ ਪਿਆਰਿਓ, ਅਸੀਂ ਆਪਣੇ ਜੀਵਨ ਨੂੰ ਸੁਚੱਜਾ ਕਰ ਲਈਏ, ਸੁਥਰਾ ਕਰ ਲਈਏ, ਪਵਿੱਤਰ ਕਰ ਲਈਏ। ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਨਾਮ ਸਿਮਰਨ ਦਾ ਅਭਿਆਸ, ਬਾਣੀ ਦਾ ਪੜ੍ਹਨਾ, ਗੁਰੂ ਘਰ ਦੀ ਸੇਵਾ ਕਰਨੀ, ਦਸਵੰਧ ਕੱਢਣਾ, ਮਨ ਨੀਵਾ ਮਤ ਉੱਚੀ ਔਰ ਰਹਿਤ ਮਰਿਆਦਾ ਦਾ ਜਦੋਂ ਖਿਆਲ ਰੱਖਾਂਗੇ, ਆਪਣਾ ਸੁਚੱਜਾ ਜੀਵਨ ਰੱਖਾਂਗੇ, ਸੱਚੇ ਸੁੱਚੇ ਸਿੱਖ ਹੋ ਜਾਵਾਂਗੇ। ਗੁਰੂ ਪਿਆਰਿਓ, ਸਾਨੂੰ ਕਦੇ ਵੀ ਮੰਗਣ ਦੀ ਲੋੜ ਨਹੀਂ ਹੋਏਗੀ। ਗੁਰੂ ਨਾਨਕ ਅੰਤਰਜਾਮੀ ਸਤਿਗੁਰ ਸਮਰੱਥ ਗੁਰੂ ਸਾਡੀਆਂ ਝੋਲੀਆਂ ਆਪਣੇ ਆਪ ਭਰ ਦੇਵੇਗਾ। ਜਿਵੇਂ ਚੌਧਰੀ ਸੂਦ ਦੀਆਂ ਝੋਲੀਆਂ ਭਰੀਆਂ, ਉਸੇ ਤਰ੍ਹਾਂ ਜੇ ਅਸੀਂ ਸੁਚੱਜੇ ਪਵਿੱਤਰ ਸਿੱਖ ਹੋ ਗਏ, ਗੁਰੂ ਨਾਨਕ ਸਾਡੀਆਂ ਝੋਲੀਆਂ ਆਪਣੇ ਆਪ ਭਰੇਗਾ। ਗੁਰੂ ਨਾਨਕ ਦਾ ਕੋਈ ਹੋਰ ਕੰਮ ਨਹੀਂ, ਇੱਕੋ ਕੰਮ ਹੈ, ਆਪਣੇ ਗੁਰਸਿੱਖਾਂ ਦੀਆਂ ਝੋਲੀਆਂ ਭਰਨੀਆਂ, ਆਪਣੇ ਸਿੱਖਾਂ ਤੇ ਰਹਿਮਤਾਂ ਕਰਨੀਆਂ। ਕਿਉਂਕਿ ਗੁਰੂ ਨਾਨਕ ਸਭ ਤੋਂ ਵੱਡਾ ਦੇਵਾਂ ਦਾ ਦੇਵ ਹੈ, ਸਭ ਤੇ ਵੱਡ ਸਮਰੱਥ ਗੁਰਦੇਵ, ਸਭ ਸੁਖ ਪਾਈ ਤਿਸ ਕੀ ਸੇਵ, ਸਭ ਸੁਖ ਪਾਈ ਤਿਸ ਕੀ ਸੇਵ।